ਬੰਗਾਲ ਦੇ ਵਿੱਚ ਆਪਾਂ ਵੇਖਿਆ ਵੀ ਇਹਨਾਂ ਨੇ ਭਾਵੇਂ ਜਿੰਨੀਆਂ ਮਨਮਾਨੀਆਂ ਕੀਤੀਆਂ, ਗੈਰ ਕਾਨੂੰਨੀ ਢੰਗ ਨਾਲ ਯਤਨ ਕੀਤੇ, ਇਹਨਾਂ ਦੇ ਮਤਲਬ ਕਾਮਯਾਬ ਨਹੀਂ ਹੋਏ। ਤਾਂ ਹੁਣ ਇਹਦਾ ਮਕਸਦ ਇਹੀ ਹੈ ਜਿਹੜਾ ਇਹ ਕਰ ਰਹੇ ਨੇ। ਇੱਕ ਤਾਂ ਇਹ ਡੇਰਾਵਾਦ, ਕਿ ਜਿਹੜੇ ਡੇਰਿਆਂ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀਆਂ ਵੋਟਾਂ ਅਸੀਂ ਲਈਏ। ਜਿਹੜਾ ਇਹ ਗੁਰਮੀਤ ਰਾਮ ਰਹੀਮ ਹੈ, ਇਹਦੇ ਤਾਂ ਹਜ਼ਾਰਾਂ ਜਿਹੜੇ ਬੰਦੇ ਨੇ ਉਹ ਲੌਕਟ ਉਤਾਰ ਕੇ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਚੁੱਕੇ ਨੇ। ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਬਹੁਤ ਵੱਡੀ ਨਲਾਇਕੀ ਹੈ। ਸਮਝ ਨਹੀਂ ਆਉਂਦੀ ਕਿ ਜਦੋਂ ਇਹ ਤਾਰਾਂ ਸੌਦਾ ਸਾਧ ਵੱਲ ਜੁੜਦੀਆਂ ਨੇ ਮੌੜ ਬੰਬ ਕਾਂਡ ਦੀਆਂ, ਉਹ ਜਾਂਚ ਦਾ ਕੀ ਬਣਿਆ, ਉਹ ਸਭ ਕੁਝ ਉੱਥੇ ਠੱਪ ਕਰ ਦਿੱਤਾ ਗਿਆ ਕੰਮ। ਤਾਂ ਬੇਅਦਬੀ ਘਟਨਾਕ੍ਰਮ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਇਹਦਾ ਹੀ ਰੋਲ ਹੈ, ਮਾਸਟਰਮਾਈਂਡ ਹੈ ਉਹਦੇ ਵਿੱਚ ਇਹ। ਤਾਂ ਇਹ ਸਾਰੇ ਇਹੋ ਜਿਹੇ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਜਿਹੜੇ ਪੋਲੀਟੀਕਲ ਲੋਕ ਨੇ, ਸਿਰਫ ਚੰਦ ਵੋਟਾਂ ਦੇ ਲਈ, ਥੋੜ੍ਹੀਆਂ ਵੋਟਾਂ ਵਾਸਤੇ ਇਹਨਾਂ ਨੂੰ ਪਨਾਹ ਦਿੰਦੇ ਨੇ। ਜਿਵੇਂ ਮਤਲਬ ਪਾਰਟੀਆਂ ਬਾਕੀ ਵੀ, ਬਾਦਲ ਕੇ ਵੀ, ਕਾਂਗਰਸੀ ਵੀ ਇਹਨਾਂ ਦੇ ਚੌਂਕੀਆਂ ਭਰਦੇ ਰਹੇ, ਤੇ ਹੁਣ ਬੀਜੇਪੀ ਉਸੇ ਪਾਸੇ ਤੁਰੀ ਆ। ਤੁਸੀਂ ਵੇਖੋ, ਜਦੋਂ ਕੋਈ ਇਸ ਤਰ੍ਹਾਂ ਉੱਚੇ ਅਹੁਦਿਆਂ ਦੀ ਜੇ ਤੁਸੀਂ ਗੱਲ ਕਰ ਲਓ, ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਪੱਗਾਂ ਵਾਲੇ ਆ ਨਾ ਜੀ। ਬਾਦਲ ਤਾਂ ਬਲਕਿ ਪੰਥ ਦਾ ਬਹੁਤ ਵੱਡਾ ਠੇਕੇਦਾਰ ਵੀ ਹੈ। ਜੇ ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਕੀ ਸਿੱਖ ਕੌਮ ਦਾ ਕੋਈ ਭਲਾ ਹੋਇਆ, ਬਲਕਿ ਨੁਕਸਾਨ ਹੋਇਆ। ਮਤਲਬ ਇਹ ਚਾਹੁੰਦੇ ਕੀ ਨੇ ਵੀ ਇਹੋ ਜਿਹੇ ਬੰਦਿਆਂ ਨੂੰ ਤੁਸੀਂ, ਮਤਲਬ ਮੈਨੂੰ ਲੱਗਦਾ ਇਹ ਵੋਟਾਂ ਦੇ ਵਿੱਚ ਇਸ ਤਰ੍ਹਾਂ ਵੀ ਖੂਨ ਖਰਾਬਾ ਕਰਾਉਣਾ, ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਵਾਸਤੇ ਇਹੋ ਜਿਹੇ ਕਾਤਲਾਂ ਨੂੰ ਪੈਰੋਲ ਦਿੰਦੇ ਨੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਆ ਹਰਿਆਣਾ ਸਰਕਾਰ ਵੱਲੋਂ। ਉਹ ਪੈਰੋਲ ਮਿਲੀ ਆ ਕਿ ਮੇਰੀ ਮਾਤਾ ਢਿੱਲੇ ਨੇ, ਬਿਮਾਰ ਨੇ, ਉਹਨਾਂ ਦਾ ਪਤਾ ਲੈਣਾ। ਉਹਨਾਂ ਨੇ ਹਵਾਲਾ ਆਪਣੀ ਮਾਤਾ ਦਾ ਦਿੱਤਾ, ਉਸ ਦੇ ਤਹਿਤ ਸੋ ਪੈਰੋਲ ਮਿਲ ਚੁੱਕੀ ਆ। 48 ਘੰਟਿਆਂ ਦੀ ਪੈਰੋਲ ਤੇ ਗੁਰਮੀਤ ਰਾਮ ਰਹੀਮ ਜੇਲ੍ਹ 'ਚੋਂ ਰਿਹਾ ਹੋ ਚੁੱਕੇ ਹਨ। ਉਹ ਆਪਣੇ ਗੁਰੂਗ੍ਰਾਮ ਜੋ ਫਾਰਮ ਹਾਊਸ ਆ ਉੱਥੇ ਪਹੁੰਚ ਚੁੱਕੇ ਹਨ। ਜੋ ਸੂਤਰਾਂ ਤੋਂ ਪਤਾ ਲੱਗ ਰਿਹਾ, ਖਬਰਾਂ ਆ ਰਹੀ ਨੇ, ਉਸ ਤੋਂ ਬਾਅਦ ਆਪਣੀ ਮਾਤਾ ਨੂੰ ਵੀ ਮਿਲਣਗੇ ਅਤੇ 48 ਘੰਟਿਆਂ ਲਈ ਬਾਹਰ ਆ ਚੁੱਕੇ ਹਨ। ਵੱਖੋ ਵੱਖਰੇ ਪ੍ਰਤੀਕਰਮ ਵੀ ਮਿਲ ਰਹੇ ਹਨ। ਤੁਹਾਨੂੰ ਪੰਜਾਬ ਦਾ ਜੋ ਵੀ ਸਿਸਟਮ ਚੱਲ ਰਿਹਾ, ਪੰਜਾਬ 'ਚ ਜੋ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਇੱਕ ਬਠਿੰਡਾ ਡਿਸਟ੍ਰਿਕਟ ਤੋਂ ਵੀਡੀਓ ਵਾਇਰਲ ਹੋਈ ਸੀ, ਜੋ ਬੀੜ ਤਲਾਬ ਆ ਪਿੰਡ, ਉੱਥੇ ਦੀ ਇੱਕ ਅਰਦਾਸ ਹੋਈ ਸੀ। ਖਬਰ ਤੁਸੀਂ ਪਹਿਲਾਂ ਵੀ ਦੇਖੀ ਸੀ ਕਿ ਅਰਦਾਸ ਕੀਤੀ ਜਾਂਦੀ ਆ ਕਿ ਗੁਰਮੀਤ ਰਾਮ ਰਹੀਮ ਨੂੰ ਦੀ ਰਿਹਾਈ ਹੋਵੇ, ਉਹ ਜੇਲ੍ਹ 'ਚੋਂ ਬਾਹਰ ਆਉਣ। ਉਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਪੈਰੋਲ ਦਿੱਤੀ ਗਈ ਆ। ਕੜੀਆਂ ਮਿਲੀਆਂ ਹੋਈਆਂ ਨੇ ਜਾਂ ਕਿਵੇਂ ਆ, ਕੀ ਗੱਲਬਾਤ ਆ, ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ। ਸਾਡੇ ਨਾਲ ਦਰਬਾਰੇ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਮੌਜੂਦ ਨੇ। ਮਾਝੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਜੀ, ਕਿਵੇਂ ਦੇਖਦੇ ਹੋ ਜਿਵੇਂ ਪੈਰੋਲ ਮਿਲੀ ਆ 48 ਘੰਟੇ ਦੀ? ਕੀ ਲੱਗਦਾ ਤੁਹਾਨੂੰ? ਕੁਛ ਦਿਨ ਪਹਿਲਾਂ, 2 ਦਿਨ ਪਹਿਲਾਂ ਦੀ ਇੱਕ ਘਟਨਾਕ੍ਰਮ ਉਹ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋਈ। ਅਰਦਾਸ ਕਿਵੇਂ ਦੀ ਕੀਤੀ ਗਈ, ਉਹ ਵੀ ਬਹੁਤ ਚਰਚਾਵਾਂ 'ਚ ਤੇ ਗੱਲਬਾਤ ਹੋ ਰਹੀ ਹੈ। ਕਿਵੇਂ ਲੱਗਦਾ ਤੁਹਾਨੂੰ? ਇਹ ਜੋ ਕੁਝ ਵੀ ਵਾਪਰ ਰਿਹਾ ਹੈ ਅਮਨ ਜੀ, ਇਹ ਪੂਰੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਇਹ ਅਚਨਚੇਤ ਕੁਝ ਨਹੀਂ ਹੋ ਰਿਹਾ, ਕਿਉਂਕਿ ਤੁਸੀਂ ਵੇਖੋ ਪਿਛਲੇ ਦਿਨੀ 1-2 ਦਿਨਾਂ ਦੇ ਵਿੱਚ ਵੀਡੀਓ ਇੰਨੀ ਵਾਇਰਲ ਹੁੰਦੀ ਆ ਉਹ, ਜਿਹਦੇ ਵਿੱਚ ਬੰਦਾ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਖੜ੍ਹ ਕੇ, ਤੇ ਗੁਰਮੀਤ ਰਾਮ ਰਹੀਮ ਵਰਗੇ ਇਹੋ ਜਿਹੇ ਦਰਿੰਦੇ ਨੂੰ, ਸੰਤ ਵਰਗੇ ਸ਼ਬਦ ਵਰਤਦਾ, ਉਹ ਇੱਥੇ ਆਉਣਗੇ, ਇਹੋ ਜਿਹੀਆਂ ਗੱਲਾਂ ਕਰਦਾ। ਉਸ ਤੋਂ ਬਾਅਦ ਜਿਹੜੀ ਇਹਨੂੰ ਪੈਰੋਲ ਮਿਲਣੀ ਹੈ, ਇਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਗੁੰਡਾ ਅਨਸਰ ਨੇ ਉਹਨਾਂ ਨੂੰ ਬਲ ਮਿਲਦਾ ਹੈ ਗੁੰਡਾਗਰਦੀ ਕਰਨ ਦਾ। ਤੁਸੀਂ ਵੇਖੋ ਕਿ ਗੁਰਮੀਤ ਰਾਮ ਰਹੀਮ ਉਹ ਬੰਦਾ ਜਿਹੜਾ ਸਾਧਵੀਆਂ ਦੇ ਨਾਲ ਬਲਾਤਕਾਰ ਕਰਦਾ, ਔਰ ਜਿਹੜਾ ਕੋਈ ਆਵਾਜ਼ ਬੁਲੰਦ ਕਰਦਾ, ਕੋਈ ਚੰਗਾ ਪੱਤਰਕਾਰ ਵੀਰ ਰਾਮਚੰਦਰ ਛਤਰਪਤੀ ਜੀ ਨੇ ਆਵਾਜ਼ ਬੁਲੰਦ ਕੀਤੀ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਰਣਜੀਤ ਸਿੰਘ ਕਤਲ ਵਰਗੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਔਰ ਇਹਦੇ ਨਾਲ ਜਿਹੜਾ ਹੈਗਾ ਮਤਲਬ ਉਹਦਾ ਬਹੁਤ ਵੱਡਾ ਇਹ ਚਿੱਠਾ ਹੈ। ਇਸ ਪਾਸੋਂ ਕਾਤਲ ਵੀ ਹੈ, ਬਲਾਤਕਾਰੀ ਵੀ ਹੈ। 400 ਸਾਧੂ ਜਿਹੜੇ ਸੀਗੇ ਉਹਨੇ ਨਿਪੁੰਸਕ ਕਰਤੇ। ਦੇਖੋ ਜਿਹੜਾ ਕੁਦਰਤ ਨੇ ਸਾਨੂੰ ਇੱਕ ਦਿੱਤਾ ਹੋਇਆ ਸਿਸਟਮ, ਕਹਿ ਲਓ ਵੀ ਕੁਦਰਤ ਦੇ ਐਂਟੀ ਭੁਗਤਿਆ ਉਹ ਬੰਦਾ। ਅਤੇ ਉਹ ਇਹੋ ਜਿਹੇ ਕਾਤਲ ਬਲਾਤਕਾਰੀ ਬੰਦੇ ਨੂੰ ਇੱਦਾਂ ਛੱਡਣਾ
ਪੈਰੋਲ ਦੇ ਉੱਤੇ, ਭਾਵੇਂ ਉਹ ਅਜੇ 48 ਘੰਟੇ ਹੈ। ਇਹ ਤਾਂ ਮੈਂ ਸਮਝਦਾ ਕਿ ਚੈੱਕ ਕੀਤਾ ਜਾ ਰਿਹਾ ਹੈ ਵੀ ਕਿੰਨਾ ਕੁ ਜਿਹੜਾ ਮਾਹੌਲ ਹੈ ਵੀ ਕਿਸ ਤਰ੍ਹਾਂ ਦਾ ਬਣੂਗਾ। ਅਸਲ ਦੇ ਵਿੱਚ ਇੱਥੋਂ ਬੜਾ ਸਪਸ਼ਟ ਹੋ ਗਿਆ ਕਿ ਜਿਹੜੀ ਬੀਜੇਪੀ ਹੈ, ਜਿਹਦਾ ਬਿਲਕੁਲ ਬੋਰੀ ਬਿਸਤਰਾ ਇੱਥੋਂ ਗੋਲ ਹੋ ਚੁੱਕੇ ਆ, ਪੰਜਾਬ ਦੇ ਵਿੱਚੋਂ ਵੀ ਤੇ ਹਰਿਆਣੇ ਦੇ ਵਿੱਚੋਂ ਵੀ ਤੇ ਹੋਰ ਸੂਬਿਆਂ ਵਿੱਚੋਂ ਵੀ ਹੋ ਰਿਹਾ ਹੈ। ਬੰਗਾਲ ਦੇ ਵਿੱਚ ਆਪਾਂ ਵੇਖਿਆ ਵੀ ਇਹਨਾਂ ਨੇ ਭਾਵੇਂ ਜਿੰਨੀਆਂ ਮਨਮਾਨੀਆਂ ਕੀਤੀਆਂ, ਗੈਰ ਕਾਨੂੰਨੀ ਢੰਗ ਨਾਲ ਯਤਨ ਕੀਤੇ, ਇਹਨਾਂ ਦੇ ਮਤਲਬ ਕਾਮਯਾਬ ਨਹੀਂ ਹੋਏ। ਤਾਂ ਹੁਣ ਇਹਦਾ ਮਕਸਦ ਇਹੀ ਹੈ ਜਿਹੜਾ ਇਹ ਕਰ ਰਹੇ ਨੇ। ਇੱਕ ਤਾਂ ਇਹ ਡੇਰਾਵਾਦ, ਕਿ ਜਿਹੜੇ ਡੇਰਿਆਂ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀਆਂ ਵੋਟਾਂ ਅਸੀਂ ਲਈਏ, ਤੇ ਦੂਜਾ ਇਹ ਦਲਿਤ ਪੱਤਾ ਵੀ ਜਿਹੜਾ ਖੇਡ ਰਹੇ ਨੇ ਕਿ ਦਲਿਤ ਮੁੱਖ ਮੰਤਰੀ ਬਣਾ ਦਿਆਂਗੇ। ਸੋ ਇਹ ਮੈਨੂੰ ਲੱਗਦਾ ਇਹਨਾਂ ਨੂੰ ਇਹ ਆਸ ਹੈਗੀ ਹੈ ਵੀ ਇਸ ਤਰੀਕੇ ਨਾਲ ਅਸੀਂ ਕਾਮਯਾਬ ਹੋ ਜਾਈਏ। ਪਰ ਪੰਜਾਬ ਦੇ ਲੋਕ, ਹੁਣ ਸਮਾਜ ਦੇ ਲੋਕ ਬਹੁਤ ਸਮਝ ਚੁੱਕੇ ਆ ਸਾਰੀਆਂ ਚਾਲਾਂ ਨੂੰ। ਔਰ ਜਿਹੜਾ ਇਹ ਗੁਰਮੀਤ ਰਾਮ ਰਹੀਮ ਹੈ, ਇਹਦੇ ਤਾਂ ਹਜ਼ਾਰਾਂ ਜਿਹੜੇ ਬੰਦੇ ਨੇ ਉਹ ਲੋਕਟ ਉਤਾਰ ਕੇ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਚੁੱਕੇ ਨੇ। ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ। ਠੀਕ ਹੈ, ਵੈਸੇ ਤੁਸੀਂ ਬੀਜੇਪੀ ਦੀ ਗੱਲ ਕਰੀ ਆ ਕਿ ਬੀਜੇਪੀ ਸਰਕਾਰ ਸੋਚਦੀ ਆ ਕਿ ਸਾਡਾ ਪੱਤਾ ਸਾਫ਼ ਹੋ ਗਿਆ, ਪਰ ਜਦੋਂ ਗੁਰਮੀਤ ਰਾਮ ਰਹੀਮ ਤੇ ਕੋਈ ਵੀ ਕਾਰਵਾਈ ਹੋਈ ਆ ਤਾਂ ਉਹ ਬੀਜੇਪੀ ਸਰਕਾਰ 'ਚ ਕਾਰਵਾਈ ਹੋਈ ਸੀ। ਪਹਿਲਾਂ ਬਹੁਤ ਸਾਲਾਂ ਦੀ ਕੋਈ ਕਾਰਵਾਈ ਨਹੀਂ, ਜਾਣੀ ਕਿ ਕੇਸ ਤਾਂ 2002 ਤੋਂ ਵੀ ਚੱਲਦਾ ਆ ਰਿਹਾ ਸੀ, ਜੋ ਵੀ ਬਲਾਤਕਾਰੀ ਜੋ ਅਖਬਾਰ 'ਚ ਨਿਊਜ਼ ਆਈ ਸੀ ਜਾਂ ਜੋ ਵੀ ਚੱਲਦਾ ਸੀ। ਪਰ ਉਸ ਤੋਂ ਬਾਅਦ ਬੀਜੇਪੀ ਸਰਕਾਰ ਦੇ ਮੌਕੇ ਅਰੈਸਟ ਹੋਏ ਸੀ, ਵੱਡੀਆਂ ਕਾਰਵਾਈਆਂ ਹੋਈਆਂ ਸੀ। ਫਿਰ ਇਹ ਕਿਵੇਂ ਕਹਿ ਸਕਦੇ ਆਪਾਂ? ਬਿਲਕੁਲ ਜੀ, ਇਹ ਇਦਾਂ ਹੀ ਕਰਦੇ ਆ। ਜਿਵੇਂ ਦੇਖੋ 2007 ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਸੀਗਾ 295 ਏ ਦਾ ਪਰਚਾ ਤਾਂ ਬਾਦਲ ਕਹਿੰਦੀ ਦੀ ਸਰਕਾਰ ਦੇ ਵਕਤ ਹੀ ਹੋਇਆ ਸੀਗਾ, ਪਰ ਉਹ 2012 ਦੀ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਉਹ ਉੱਥੇ ਕੈਂਸਲੇਸ਼ਨ ਰਿਪੋਰਟ ਵੀ ਜਿਹੜੀ ਪੇਸ਼ ਕੀਤੀ ਗਈ ਉਹ ਵੀ ਬਾਦਲ ਕਹਿੰਦੇ ਇਸ਼ਾਰੇ ਤੇ ਹੋਈ। ਸੋ ਮੈਂ ਸਮਝਦਾ ਜਿਹੜੇ ਇਹ ਰਾਜਨੀਤਿਕ ਲੋਕ ਨੇ ਇਹ ਬੜੀ ਖਤਰਨਾਕ ਖੇਡ ਖੇਡਦੇ ਆ। ਇਹ ਕੀ ਕਰਦੇ ਆ, ਇਹੋ ਜਿਹੇ ਡੇਰੇਦਾਰਾਂ ਨੂੰ ਵੀ ਬਲੈਕਮੇਲ ਕਰਦੇ ਆ, ਉਹਨਾਂ ਨੂੰ ਵਰਤਦੇ ਆ, ਕਦੇ ਡਰਾ ਕੇ, ਕਦੇ ਵਡਿਆ ਕੇ। ਜਦੋਂ ਸੈਟਿੰਗ ਨਹੀਂ ਸੀ ਉਦੋਂ ਉਸ ਤਰ੍ਹਾਂ ਕਰਵਾਤਾ ਹੋਣਾ, ਜਾਂ ਕਿਵੇਂ ਵੀ ਹੋ ਗਿਆ। ਕਿਤੇ ਜੱਜਾਂ ਨੇ ਇਮਾਨਦਾਰੀ ਦਿਖਾਤੀ, ਕਿਉਂਕਿ ਦੇਖੋ ਬੀਜਨਾਸ ਤਾਂ ਹੋ ਨਹੀਂ ਨਾ ਗਿਆ, ਕੁਛ ਬੰਦੇ ਚੰਗੇ ਵੀ ਨੇ, ਪਰ ਜਿੱਥੇ ਕਿਤੇ ਇਹਨਾਂ ਦਾ ਵਸ ਚੱਲਦਾ ਇਹ ਇਸ ਤਰੀਕੇ ਨਾਲ ਯੂਜ਼ ਕਰਦੇ ਨੇ। ਹੁਣ ਦੇਖੋ ਉਹ ਬੰਦਾ, ਮਤਲਬ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਕਿੱਡਾ ਕਾਤਲ ਇਹ ਜਿਹਦੇ ਹੱਥ, ਸੌਦਾ ਸਾਧ ਦੇ ਹੱਥ ਤਾਂ ਮਾਸੂਮਾਂ ਦੇ ਖੂਨ ਨਾਲ ਵੀ ਰੰਗੇ ਹੋਏ ਆ। ਜਿਹੜੇ ਮਤਲਬ ਮੌੜ ਬੰਬ ਕਾਂਡ ਵਾਪਰਿਆ 31 ਜਨਵਰੀ 2017 ਦੇ ਵਿੱਚ ਵਾਪਰਿਆ, ਤਾਂ ਉੱਥੇ 7 ਲੋਕਾਂ ਦੀਆਂ ਜਾਨਾਂ ਗਈਆਂ, ਜਿਹਦੇ ਵਿੱਚ 3 ਤਾਂ ਮਾਸੂਮ ਬੱਚੇ ਸੀਗੇ, 14 ਬੰਦੇ ਫੱਟੜ ਹੋ ਗਏ। ਉੱਥੇ ਜਿਹੜੀ ਉਹ ਗੱਡੀ ਮਾਰੂਤੀ ਸੀਗੀ, ਮਾਰੂਤੀ ਉਹ ਤਿਆਰ, ਇਹਦੀ ਨਿੱਜੀ ਵਰਕਸ਼ਾਪ ਹੈ ਜਿਹੜੀ ਡੇਰੇ ਦੀ, ਜਿੱਥੇ ਸਿਰਫ ਸੌਦਾ ਸਾਧ ਦੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ, ਹਾਈ ਲੈਵਲ ਦੀਆਂ ਗੱਡੀਆਂ, ਮਹਿੰਗੀਆਂ ਗੱਡੀਆਂ, ਕਰੋੜਾਂ ਵਾਲੀਆਂ, ਉਹ ਗੱਡੀਆਂ ਵਾਸਤੇ ਉਹ ਵਰਕਸ਼ਾਪ ਸਪੈਸ਼ਲ ਬਣਾਈ ਹੋਈ ਹੈ। ਪਰ ਉਸ ਵਰਕਸ਼ਾਪ ਦੇ ਵਿੱਚ ਇੱਕ ਮਾਰੂਤੀ ਜਿਸ ਤਰੀਕੇ ਨਾਲ ਤਿਆਰ ਕੀਤੀ ਗਈ, ਗੁਰਤੇਜ ਸਿੰਘ ਕਾਲਾ ਜਿਹੜਾ ਉਹ ਵਰਕਸ਼ਾਪ ਦਾ ਇੰਚਾਰਜ ਹੈ, ਉਹਨੇ ਜਿਵੇਂ ਸਾਰੀ ਤਿਆਰੀ ਵਿੱਢੀ। ਔਰ ਇਹਦੇ ਨਾਲ ਅਵਤਾਰ ਸਿੰਘ ਇਲੈਕਟ੍ਰੀਸ਼ੀਅਨ ਸੀਗਾ, ਜਿਹਨੇ ਉਹ ਬੈਟਰੀ ਦੀ ਸੈਟਿੰਗ ਕੀਤੀ ਬੰਬ ਦੇ ਵਿੱਚ ਜਿਹੜੀ ਯੂਜ਼ ਹੋਈ ਹੈ। ਤਾਂ ਇਹੋ ਜਿਹੇ ਕਾਤਲ ਬੰਦੇ, ਮਤਲਬ ਉਹ ਸਾਰਾ ਕੁਝ ਹੋ ਰਿਹਾ ਸੀ। ਇਹਦੇ ਵਿੱਚ ਮੈਂ ਇਹ ਵੀ ਯਾਦ ਕਰਵਾ ਦਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਬਹੁਤ ਵੱਡੀ ਨਲਾਇਕੀ ਹੈ। ਸਮਝ ਨਹੀਂ ਆਉਂਦੀ ਕਿ ਜਦੋਂ ਇਹ ਤਾਰਾਂ ਸੌਦਾ ਸਾਧ ਵੱਲ ਜੁੜਦੀਆਂ ਨੇ ਮੌੜ ਬੰਬ ਕਾਂਡ ਦੀਆਂ, ਉਹ ਜਾਂਚ ਦਾ ਕੀ ਬਣਿਆ, ਉਹ ਸਭ ਕੁਝ ਉੱਥੇ ਠੱਪ ਕਰ ਦਿੱਤਾ ਗਿਆ ਕੰਮ। ਤਾਂ ਬੇਅਦਬੀ ਘਟਨਾਕ੍ਰਮ ਦੇ ਵਿੱਚ ਵੀ ਇਹਦਾ ਬਹੁਤ ਵੱਡਾ, ਇਹਦਾ ਹੀ ਰੋਲ ਹੈ, ਮਾਸਟਰਮਾਈਂਡ ਹੈ ਉਹਦੇ ਵਿੱਚ। ਇਹ ਇੱਕ ਬੇਅਦਬੀ ਘਟਨਾਕ੍ਰਮ ਜਦੋਂ ਵੀ ਹੋਇਆ ਮਾਝੀ ਸਾਹਿਬ, ਉਦੋਂ ਕਿਤੇ ਨਾ ਕਿਤੇ ਤੁਸੀਂ ਉੱਥੇ ਪ੍ਰਚਾਰ ਵੀ ਕੀਤਾ। ਉੱਥੇ ਜੋ ਵੀ ਲੋਕਟਾਂ ਦੀ ਗੱਲ ਆਈ ਸੀ ਵੀ ਤੁਹਾਡੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਲੋਕਟ ਕੱਢ ਕੇ ਲੋਕਾਂ ਨੇ ਸਾਈਡ ਤੇ ਰੱਖਤੇ, ਜਾਂ ਸਿੱਖ ਧਰਮ ਉਹਨਾਂ ਨੇ ਜੁਆਇਨ ਕਰ ਲਿਆ, ਕਿਹਾ ਵੀ ਡੇਰਾਵਾਦ ਛੱਡਤਾ, ਵੀ ਉਹ ਕਿਤੇ ਨਾ ਕਿਤੇ ਕੜੀਆਂ ਪੂਰੀਆਂ ਮਿਲੀਆਂ ਹੋਈਆਂ ਨੇ। ਦੇਖੋ ਜੀ, ਅੱਜ ਵੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇਹ ਨਿਊਜ਼ ਲੱਗੀ ਹੈ ਬਕਾਇਦਾ ਬਾਈ ਨੇਮ, ਕਿ ਉੱਥੇ ਆਪਾਂ ਪ੍ਰਚਾਰ ਕੀਤਾ, ਲੋਕਟ ਲਾ ਕੇ ਸੁੱਟ ਗਏ ਸੀ ਡੇਰਾ ਪ੍ਰੇਮੀ। ਤਾਂ ਇਹ ਬਹੁਤ ਉਸ ਏਰੀਏ 'ਚ ਇਸ ਤਰ੍ਹਾਂ ਚੱਲਦਾ ਸੀਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ, ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ, ਆਪਣੇ ਵਿਲੱਖਣ ਸਿੱਖ ਇਤਿਹਾਸ ਦੀ ਗੱਲ, ਅਮੀਰ ਸਿੱਖ ਸੱਭਿਆਚਾਰ ਦੀ ਗੱਲ ਤਾਂ ਕਰਨ ਦਾ ਅਸੀਂ ਹੱਕ ਰੱਖਦੇ ਹਾਂ ਨਾ। ਅਸੀਂ ਆਪਣੇ ਭੈਣ ਭਰਾ ਜਿਹੜੇ ਇਹਨਾਂ ਦੇ ਚੱਕਰ 'ਚ ਵੀ ਫਸ ਗਏ, ਉਹ ਕਿਹੜਾ ਬਗਾਨੇ ਆ, ਉਹ ਵੀ ਸਾਡੇ ਆਪਣੇ ਆ। ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾਉਂਦੇ ਹਾਂ, ਉਹ ਛਾਲਾਂ ਮਾਰ ਕੇ ਸਿੱਖੀ 'ਚ ਆਉਂਦੇ ਆ। ਅਤੇ ਇਹਨਾਂ ਨੂੰ ਇਹ ਮਤਲਬ ਇਹਨਾਂ ਨੂੰ ਕੀ ਪ੍ਰੋਬਲਮ ਹੈ, ਇਹਨਾਂ ਨੂੰ ਇਹ ਦਿੱਕਤ ਹੈਗੀ ਆ। ਮੈਂ ਕਹਿਣਾ ਚਾਹੁੰਦਾ ਵੀ ਇਹ ਇੰਨਾ ਕੁ ਖਤਰਨਾਕ ਇਹ ਸਾਰਾ ਕੁਝ ਹੋ ਰਿਹਾ ਹੈ। ਤੁਸੀਂ ਦੇਖੋ ਦੇਸ਼ ਦੇ ਜਿਹੜੇ ਰਾਖੇ ਨੇ ਜੀ, ਉਹ ਡੇਰਿਆਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ, ਮੈਂ ਇਹਨਾਂ ਨੂੰ ਅੱਤਵਾਦੀ ਕਹੂੰਗਾ, ਜਿਹੜੇ ਮਤਲਬ
ਕਤਲ ਵੀ ਕਰ ਦਿੰਦੇ ਨੇ, ਬਲਾਤਕਾਰ ਵੀ ਕਰ ਦਿੰਦੇ ਨੇ, ਬੰਦਿਆਂ ਨੂੰ ਨਪੁੰਸਕ ਵੀ ਕਰ ਦਿੰਦੇ ਨੇ, ਫਿਰ ਸਾਡੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਤੱਕ ਕਰਵਾਉਣ ਦੀ ਵੀ ਹਿਮਾਕਤ ਕਰਦੇ ਨੇ। ਤਾਂ ਇਹ ਸਾਰੇ ਇਹੋ ਜਿਹੇ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਜਿਹੜੇ ਪੋਲੀਟੀਕਲ ਲੋਕ ਨੇ, ਸਿਰਫ ਚੰਦ ਵੋਟਾਂ ਦੇ ਲਈ, ਥੋੜ੍ਹੀਆਂ ਵੋਟਾਂ ਵਾਸਤੇ ਇਹਨਾਂ ਨੂੰ ਪਨਾਹ ਦਿੰਦੇ ਨੇ। ਜਿਵੇਂ ਮਤਲਬ ਪਾਰਟੀਆਂ ਬਾਕੀ ਵੀ, ਬਾਦਲ ਕੇ ਵੀ, ਕਾਂਗਰਸੀ ਵੀ ਇਹਨਾਂ ਦੇ ਚੌਂਕੀਆਂ ਭਰਦੇ ਰਹੇ, ਤੇ ਹੁਣ ਬੀਜੇਪੀ ਉਸੇ ਪਾਸੇ ਤੁਰੀ ਆ। ਉਹਨਾਂ ਨੂੰ ਲੱਗਦਾ ਇੱਕ ਤਾਂ ਡੇਰਿਆਂ ਵਾਲੀ ਵੋਟ ਅਸੀਂ ਲੈ ਲਈਏ, ਇੱਕ ਦਲਿਤ ਪੱਤਾ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਸਮੂਹ ਦਲਿਤ ਭਾਈਚਾਰੇ ਨੂੰ, ਤੇ ਇੱਕ ਤਾਂ ਅਸੀਂ ਇਹ ਖਿਆਲ ਰੱਖੀਏ ਵੀ ਅਸੀਂ ਇਸ ਚੱਕਰ 'ਚ ਨਹੀਂ ਪੈਣਾ ਵੀ ਉਹ ਜੱਟ ਹੈ, ਉਹ ਦੂਜੀਆਂ ਜਾਤਾਂ ਹੈ। ਜਦੋਂ ਜਿਹੜੀ ਵਿਪਰ ਨੇ ਵੰਡ ਕੀਤੀ ਸੀਗੀ 4 ਹਿੱਸਿਆਂ ਦੇ ਵਿੱਚ, ਤਾਂ ਉੱਥੇ ਜਿਹੜਾ ਸ਼ੂਦਰ ਸੀ, ਉਹ ਸ਼ੂਦਰ ਦੇ ਵਿੱਚ ਅਸੀਂ ਆਉਂਦੇ ਸੀਗੇ, ਜਿਹੜੇ ਜੱਟ ਨੇ ਉਹ ਵੀ ਸ਼ੂਦਰ 'ਚ ਹੀ ਸ਼ਾਮਲ ਸੀਗੇ। ਆਪਾਂ ਸਾਰੇ ਕਿਰਤੀਆਂ ਨੂੰ ਉਹਨਾਂ ਨੇ ਸ਼ੂਦਰ ਕਿਹਾ ਸੀ। ਸੋ ਸਾਡੇ 'ਚ ਕੋਈ ਵੱਡਾ ਛੋਟਾ ਨਹੀਂ। ਠੀਕ ਹੈ, ਸਮੱਸਿਆਵਾਂ ਹੈਗੀਆਂ ਨੇ, ਕਿਤੇ ਕਿਤੇ ਕਈ ਡੇਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਗਲਤ ਮਰਿਆਦਾ ਉਹਨਾਂ ਨੇ, ਬਾਬਿਆਂ ਨੇ ਚਲਾ ਰੱਖੀ ਹੈ ਵੀ ਭਾਂਡੇ ਵੱਖਰੇ ਰੱਖਤੇ ਜਿਹੜੇ ਨੀਵੀਆਂ ਜਾਤਾਂ ਦੇ ਕਹੇ ਜਾਂਦੇ ਲੋਕ ਹੈ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਆ, ਭਗਤ ਕਬੀਰ ਸਾਹਿਬ, ਵੀ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮਕਤ ਬ੍ਰਾਹਮਣ ਹਮਕਤ ਸ਼ੂਦ, ਹਮਕਤ ਲੋਹੂ ਤੁਮਕਤ ਦੂਧ। ਕਹਿੰਦੇ ਵੀ ਆਪਾਂ ਇੱਕੋ ਰਸਤੇ ਇਸ ਧਰਤੀ ਤੇ ਆਏ ਆ, ਜੇ ਮੇਰੇ ਵਿੱਚ ਖੂਨ ਹੈ ਤੇ ਤੇਰੇ ਵਿੱਚ ਵੀ ਦੁੱਧ ਨਹੀਂ ਹੈ, ਫਿਰ ਵੱਡਾ ਛੋਟਾ ਕੀ ਹੋਇਆ। ਸਾਨੂੰ ਗੁਰੂ ਦਾ ਫੈਸਲਾ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਸਾਡੇ ਇਸ ਭਾਈਚਾਰੇ ਦੀਆਂ ਸਿੱਖੀ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਨੇ। ਠੀਕ ਹੈ, ਸਾਡੇ ਸ਼੍ਰੋਮਣੀ ਕਮੇਟੀ ਤੋਂ ਬਹੁਤ ਨਲੈਕੀਆਂ ਵੀ ਹੋਈਆਂ ਨੇ, ਉਸ ਤਰ੍ਹਾਂ ਸਾਂਭ ਸੰਭਾਲ ਨਹੀਂ ਹੋਈ, ਇਸ ਕਰਕੇ ਡੇਰਾਵਾਦ ਪ੍ਰਫੁੱਲਤ ਹੋਇਆ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇਹ ਬੀਜੇਪੀ ਜਿਹੜੀ ਛਾਤਰ ਜਿਹੜੀ ਖੇਡ ਖੇਡਣਾ ਚਾਹੁੰਦੀ ਹੈ, ਸਾਡੇ ਵਿੱਚ ਪਾੜਾ ਪਾਉਣਾ ਚਾਹੁੰਦੀ ਹੈ ਭਾਈਚਾਰੇ ਵਿੱਚ, ਕਿਰਤੀ ਭਾਈਚਾਰਾ ਸਾਰਾ, ਕੋਈ ਕਿਸਾਨੀ ਕਰ ਰਿਹਾ, ਕੋਈ ਮਜ਼ਦੂਰੀ ਕਰ ਰਿਹਾ, ਕੋਈ ਮੁਲਾਜ਼ਮ ਵਰਗ, ਸਾਰੇ ਕਿਰਤੀ ਨੇ, ਤੇ ਸਾਰੇ ਕਿਰਤੀ ਇਕੱਠੇ ਆ, ਅਸੀਂ ਇਕੱਠੇ ਰਹਿਣਾ ਚਾਹੁੰਦੇ ਆ। ਇਹ ਹੁਣ ਇਸ ਤਰ੍ਹਾਂ ਦੇ ਜਿਹੜੇ ਪੱਤੇ ਖੇਡ ਰਹੇ ਨੇ ਵੀ ਉਹਨੂੰ ਜੀ ਮੁੱਖ ਮੰਤਰੀ ਬਣਾ ਕੇ ਅਸੀਂ ਦਲਿਤ ਮੁੱਖ ਮੰਤਰੀ। ਤੇ ਨਾਲ ਮੈਂ ਇਹ ਕਹਿਣਾ ਚਾਹੁੰਦਾ, ਤੁਸੀਂ ਵੇਖੋ ਜਦੋਂ ਕੋਈ ਇਸ ਤਰ੍ਹਾਂ ਉੱਚੇ ਅਹੁਦਿਆਂ ਦੀ ਜੇ ਤੁਸੀਂ ਗੱਲ ਕਰ ਲਓ, ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਪੱਗਾਂ ਵਾਲੇ ਆ ਨਾ ਜੀ। ਬਾਦਲ ਤਾਂ ਬਲਕਿ ਪੰਥ ਦਾ ਬਹੁਤ ਵੱਡਾ ਠੇਕੇਦਾਰ ਵੀ ਹੈ। ਜੇ ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਕੀ ਸਿੱਖ ਕੌਮ ਦਾ ਕੋਈ ਭਲਾ ਹੋਇਆ, ਬਲਕਿ ਨੁਕਸਾਨ ਹੋਇਆ। ਤਾਂ ਇਸ ਤੋਂ ਵੀ ਅੱਗੇ ਤੁਸੀਂ ਆ ਜਾਓ, ਗਿਆਨੀ ਜੈਲ ਸਿੰਘ ਜਦੋਂ ਰਾਸ਼ਟਰਪਤੀ ਸੀਗੇ, ਉਹਨਾਂ ਦੇ ਰਾਸ਼ਟਰਪਤੀ ਹੁੰਦਿਆਂ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਬੇਕਸੂਰਾਂ ਦੀਆਂ ਲਾਸ਼ਾਂ। ਇਹ ਹਾਲਾਤ ਬਣੇ ਕਿ ਮਾਂ ਦੀਆਂ ਦੇ ਗੋਲੀਆਂ ਮਾਰ ਮਾਰ ਕੇ 84 ਦੇ ਵਿੱਚ, ਉਹ ਤਾਂ ਵਿਚਾਰੀ ਮਰੀ ਪਈ ਸੀ, ਪਰ ਉਹਦੇ ਨੰਨੇ ਜਿਹੇ ਬੱਚੇ ਨੂੰ ਪਤਾ ਨਹੀਂ ਸੀਗਾ ਕਿ ਇਹ ਮੇਰੀ ਮਾਂ ਦੀ ਡੈਥ ਹੋ ਚੁੱਕੀ ਹੈ। ਉਹ ਮਰੀ ਹੋਈ ਮਾਂ ਦੇ ਦੁੱਧ ਨੂੰ ਚਿੰਬੜਿਆ ਹੋਇਆ ਸੀਗਾ। ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ, ਤਾਂ ਇਸ ਲਈ ਇਹ ਸਮਝਣਾ ਵੀ ਸਾਡੀ ਕਾਸਟ ਦਾ ਬੰਦਾ ਉੱਪਰ ਆ ਜਾਊਗਾ, ਉਹਦੇ ਨਾਲ ਅਸੀਂ ਬਚ ਜਾਵਾਂਗੇ, ਉਹਦੇ ਨਾਲ ਸਾਡਾ ਭਲਾ ਹੋ ਜੂ, ਬਿਲਕੁਲ ਨਹੀਂ। ਮੈਂ ਸਮਝਦਾ ਕੋਈ ਵੀ ਬੰਦਾ ਜਿਹੜਾ ਮਨੁੱਖਤਾ ਪੱਕੀ ਹੋਵੇ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇ, ਉਹ ਜਦੋਂ ਪਾਵਰ 'ਚ ਆਊਗਾ ਫਿਰ ਸਮਾਜ ਦਾ ਭਲਾ ਹੋਣਾ, ਨਹੀਂ ਤਾਂ ਹੋਣਾ ਨਹੀਂ ਜੀ। ਵੈਸੇ ਮਾਝੀ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ, ਜੋ ਵੀ ਸਿੱਖ ਨੇ ਵੱਡੇ ਆਗੂ ਨੇ, ਜਾਂ ਜੋ ਪਹਿਲਾਂ ਤੋਂ ਪਹਿਲਾਂ ਕਹਿ ਰਹੇ ਸੀ ਕਿ ਉਹਨਾਂ ਦੀ ਜੇਲ੍ਹ 'ਚ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਪੈਰੋਲ ਵੀ ਨਹੀਂ ਮਿਲ ਰਹੀ, ਉਹ ਬਾਹਰ ਵੀ ਨਹੀਂ ਆ ਰਹੇ, ਕਿਤੇ ਨਾ ਕਿਤੇ ਇਹ ਗੱਲਾਂ ਪ੍ਰਤੀਕਰਮ ਇਹ ਵੀ ਸਿੱਖਾਂ ਦੇ ਆ ਰਹੇ ਨੇ ਕਿ ਕਿਉਂ ਇੱਥੇ ਦਰਿਆਤ ਕਾਨੂੰਨ ਉਹੀ ਨੇ, ਸਭ ਕੁਝ ਉਹੀ ਆ, ਇਹ ਫਰਕ ਕਿਉਂ? ਦੇਖੋ ਜੀ, ਜਿਹੜੇ ਸਾਡੇ ਬੇਕਸੂਰ ਨੌਜਵਾਨ ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ, ਮਤਲਬ ਉਹਨਾਂ ਦੀਆਂ ਉਮਰਾਂ ਜਵਾਨੀਆਂ ਸਾਰੀਆਂ ਉੱਥੇ ਜੇਲ੍ਹਾਂ ਦੇ ਵਿੱਚ ਲੰਘ ਗਈਆਂ, ਤੇ ਕੁਛ ਵਿਚਾਰਿਆਂ ਨੇ ਸਾਰੀ ਉਮਰ ਇਸ ਤਰ੍ਹਾਂ ਲੰਘੀ, ਤੇ ਉਹਨਾਂ ਨੂੰ ਰਿਹਾਈ ਦੇ ਲਈ ਸਾਰੀ ਕੌਮ ਨੇ ਬਹੁਤ ਵਾਰੀ ਸੰਘਰਸ਼ ਕਰ ਲਿਆ, ਬਹੁਤ ਵਾਰੀ ਮੰਗਾਂ ਉੱਠ ਗਈਆਂ, ਚਿੱਠੀ ਪੱਤਰ ਹੋ ਗਏ, ਧਰਨੇ ਮੁਜ਼ਾਹਰੇ ਹੋ ਗਏ। ਉਹਦੇ ਉੱਤੇ ਤਾਂ ਇਹ ਗੌਰਮੈਂਟ ਗੌਰ ਨਹੀਂ ਕਰ ਰਹੀ, ਮੋਦੀ ਕਹਿੰਦੀ। ਤੇ ਇਸ ਤਰ੍ਹਾਂ ਇਹੋ ਜਿਹੇ ਦਰਿੰਦੇ ਕਾਤਲ ਨੂੰ, ਮਤਲਬ ਇਹ ਚਾਹੁੰਦੇ ਕੀ ਨੇ ਵੀ ਇਹੋ ਜਿਹੇ ਬੰਦਿਆਂ ਨੂੰ ਤੁਸੀਂ, ਮਤਲਬ ਮੈਨੂੰ ਲੱਗਦਾ ਇਹ ਵੋਟਾਂ ਦੇ ਵਿੱਚ ਇਸ ਤਰ੍ਹਾਂ ਵੀ ਖੂਨ ਖਰਾਬਾ ਕਰਾਉਣਾ, ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਵਾਸਤੇ ਇਹੋ ਜਿਹੇ ਕਾਤਲਾਂ ਨੂੰ ਪੈਰੋਲ ਦਿੰਦੇ ਨੇ, ਕਿਉਂਕਿ ਪੈਰੋਲ 'ਤੇ ਗੱਲ ਰੁਕਣੀ ਨਹੀਂ ਹੈ। 48 ਘੰਟਿਆਂ ਤੋਂ ਬਾਅਦ ਉਹਨੇ ਜਿਹੜਾ ਹੈਗਾ ਜੇ ਵਾਪਸ ਜਾਊਗਾ ਤਾਂ ਗੱਲ ਅੱਗੇ ਵੱਧ ਗਈ। ਉਹ ਸਾਨੂੰ ਚੈੱਕ ਕਰਕੇ ਵੇਖ ਰਹੇ ਆ ਕਿ ਸਿੱਖ ਕਿੰਨਾ ਕੁ ਕਿਵੇਂ ਬੋਲਦੇ ਆ, ਕਿੱਦਾਂ ਇਹ ਕਰਦੇ ਆ, ਜਿਹੜਾ ਇਹਦਾ ਮਤਲਬ ਪ੍ਰਤੀਕਰਮ ਕਿੰਨਾ ਕਿਹੋ ਜਿਹਾ ਆਉਂਦਾ। ਸੋ ਮੈਂ ਸਮਝਦਾ ਇਹ ਦੇਸ਼ ਲਈ, ਸਮਾਜ ਲਈ ਖਤਰਨਾਕ ਹੋਊਗਾ, ਕਿਉਂਕਿ ਦੇਖੋ ਬੀਜੇਪੀ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇ ਕਿਸਾਨੀ ਦੇ, ਤਾਂ ਉਹਦੇ 'ਚ ਬੱਚਾ ਸਮੂਹ ਇਨਸਾਫ ਪਸੰਦ ਲੋਕ ਜਿਹੜੇ ਨੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕੱਠੇ ਨੇ, ਉਹ ਵਿਰੋਧਤਾ ਕਰ ਰਹੇ ਨੇ। ਤੁਸੀਂ ਵੇਖੋ ਸੌਦਾ ਸਾਹ ਸਮੇਤ ਮੈਨੂੰ ਪੰਜਾਬ ਦਾ ਇੱਕ ਵੀ ਡੇਰਾ ਗਣਾਓ ਜਿਹੜੇ ਡੇਰੇਦਾਰ ਨੇ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੋਵੇ।
ਇੱਥੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ ਵੀ ਜਿਹੜੇ ਇਹ ਡੇਰੇਦਾਰ ਨੇ, ਜਿਹੜੇ ਇਹ ਲੁਟੇਰੇ ਨੇ, ਪਖੰਡੀ ਨੇ, ਇਹ ਕਿਹਨਾਂ ਦੇ ਹੱਕ ਵਿੱਚ ਨੇ। ਅਸਲ 'ਚ ਇਹ ਮੋਦੀ ਕਹਿੰਦੇ ਯਾਰ ਨੇ ਸਾਰੇ। ਮੋਹਨ ਭਾਗਵਤ ਵਰਗੇ ਸਿੱਧੇ ਡੇਰਿਆਂ 'ਚ ਐਂਟਰੀ ਮਾਰਦੇ ਨੇ, ਤੇ ਜਿਹੜੇ ਡੇਰੇਦਾਰ ਨੂੰ ਮੋਹਨ ਭਾਗਵਤ ਮਿਲਦਾ ਹੈ ਉਹੀ ਡੇਰੇਦਾਰ ਅੱਗੋਂ ਸਾਡੇ ਕਈ ਸਿੱਖੀ ਭੇਸ ਵਿੱਚ ਵੀ ਇਹੋ ਜਿਹੇ ਡੇਰੇਦਾਰ ਨੇ, ਉਹਨਾਂ ਨਾਲ ਸਾਂਝਾ ਰੱਖਦੇ ਨੇ। ਸੋ ਸਾਨੂੰ ਡੇਰਾਵਾਦ ਤੋਂ ਬਚ ਕੇ ਰਹਿਣਾ ਪਊਗਾ। ਇੱਕ ਤਾਂ ਅਸੀਂ ਆਪੋ ਆਪਣੇ ਜਿਵੇਂ ਹਿੰਦੂ ਵੀਰ ਨੇ, ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਬੜੇ ਪਵਿੱਤਰ ਗ੍ਰੰਥ ਹੈਗੇ ਨੇ, ਗੀਤਾ ਹੈ ਆਪਣੇ ਕੋਲ, ਤੇ ਹੋਰ ਬਹੁਤ ਸਾਰੇ ਵੇਦ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਤੁਸੀਂ ਪੜ੍ਹੋ, ਸਟੱਡੀ ਕਰੋ, ਲਾਹੇ ਲਓ। ਇੱਦਾਂ ਹੀ ਮੁਸਲਿਮ ਭਰਾ ਪਵਿੱਤਰ ਕੁਰਾਨ ਹੈ ਆਪਣੇ ਕੋਲ, ਇੱਧਰ ਉੱਧਰ ਭਟਕਣ ਦੀ ਕੀ ਲੋੜ ਹੈ। ਤੇ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਾਣੀ ਮਾਤਰ ਦਾ ਸਾਂਝਾ ਹੈ ਜੀ, ਹਰ ਬੰਦਾ ਲਾਹਾ ਲਵੇ ਤੇ ਕਿਸੇ ਦਿੱਕਤ 'ਚ ਅਸੀਂ ਨਾ ਪਈਏ, ਅਸੀਂ ਇਹਨਾਂ ਦੇ ਚੁੰਗਲ 'ਚ ਨਾ ਫਸੀਏ। ਕਿਉਂਕਿ ਡੇਰੇ ਜਿੰਨੇ ਵੀ ਨੇ ਇਹ ਸਾਰੇ ਬੰਦੇ ਨਾ ਚੋਂ ਟਾਵਾਂ ਟੱਲਾ ਕੋਈ ਬਚਿਆ ਹੋ ਸਕਦਾ ਹੈ। ਇਹ ਸਾਰੇ ਬਹੁਤ ਘਟੀਆ ਹਰਕਤਾਂ, ਤੁਸੀਂ ਵੇਖੋ ਆਸਾਰਾਮ ਦਾ ਕੀ ਹਾਲ ਚਾਲ ਹੈ, ਉਹਦੀ ਕਿਹੋ ਜਿਹੀ ਹਰਕਤ ਸੀਗੀ, ਇਹ ਦੇਖ ਲਓ ਸੌਦਾ ਸਾਧ ਦਾ। ਮਤਲਬ ਇੱਥੋਂ ਇੱਕ ਸਾਡੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਵੀ ਇਹ ਜਿਹੜੇ ਪੋਲੀਟੀਕਲ ਬੰਦੇ ਨੇ ਜਿਹੜੇ ਅੱਜ ਰਾਜ ਕਰ ਰਹੇ ਨੇ, ਵੀ ਇਹਨਾਂ ਦੀ ਮਾਨਸਿਕਤਾ ਕਿੰਨੀ ਘਟੀ ਹੈ ਵੀ ਚੰਦ ਵੋਟਾਂ ਲਈ ਕਾਤਲਾਂ ਦੇ ਨਾਲ ਵੀ ਸੈਟਿੰਗ ਕਰ ਲੈਂਦੇ ਆ ਜੀ। ਠੀਕ ਹੈ, ਬਾਕੀ ਤੁਹਾਨੂੰ ਕੀ ਲੱਗਦਾ, ਜਿਵੇਂ ਦੀ ਚਲੋ ਬਠਿੰਡੇ ਜ਼ਿਲ੍ਹੇ ਦੀ ਆਪਾਂ ਗੱਲ ਕਰਦੇ ਸੀ, ਉਹ ਜੋ ਵੀ ਵੀੜ ਤਲਾਬ ਪਿੰਡ ਦਾ ਜਿਵੇਂ ਕਿਹਾ, ਉਹ ਕਿਹਾ ਜਾਂਦਾ ਕਿ ਮਾਨਸਿਕ ਪੱਖੋਂ ਪਰੇਸ਼ਾਨ ਤੀ ਜੀ, ਜਾਂ ਕਿਵੇਂ ਨਾ ਕਿਵੇਂ ਮਤਲਬ ਉਹਦਾ ਠੀਕ ਨਹੀਂ ਸੀ, ਮਤਲਬ ਐਂ ਬੋਲਿਆ। ਤੁਹਾਨੂੰ ਕੀ ਲੱਗਦਾ ਇਹਦੀਆਂ ਕੜੀਆਂ ਉਹਦੇ ਨਾਲ ਮਿਲੀਆਂ ਹੋਈਆਂ ਨੇ ਜਾਂ ਕਿਵੇਂ ਲੱਗਦਾ? ਦੇਖੋ, ਮਾਨਸਿਕ ਰੋਗੀ ਉਸ ਲਹਿਜ਼ੇ ਦੇ ਵਿੱਚ ਅਰਦਾਸ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਉਹ ਸ਼ਬਦਾਵਲੀ ਵਰਤ ਰਿਹਾ ਹੈ। ਬਸ ਇਹ ਤਾਂ ਇੱਕ ਸਾਡੇ ਇਹ ਟ੍ਰੈਂਡ ਚੱਲ ਰਿਹਾ ਹੈ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਵੀ ਕੋਈ ਕਰਦਾ ਨਾ, ਉਦੋਂ ਵੀ ਕਹਿ ਦਿੱਤਾ ਜਾਂਦਾ ਕਿ ਮਾਨਸਿਕ ਰੋਗੀ ਹੈ ਜੀ ਇਹ, ਤਾਂ ਇਸ ਕਰਕੇ ਹੋਊਗੀ। ਤਾਂ ਮਤਲਬ ਇਹ ਕੋਈ ਮਾਨਸਿਕ ਰੋਗੀ ਵਾਲੀ ਗੱਲ ਨਹੀਂ ਹੁੰਦੀ। ਜੇ ਮਾਨਸਿਕ ਰੋਗੀ ਹੈ ਤਾਂ ਉਹਨੇ ਕਦੇ ਆਪਣੇ ਕੱਪੜੇ ਪਾੜੇ ਹੋਣ ਜਾਂ ਕਿਸੇ ਆਪਣੇ ਪਰਿਵਾਰਕ ਮੈਂਬਰ ਨੇ, ਆਪਾਂ ਪਰਿਵਾਰਾਂ ਵਾਲੇ ਹਾਂ ਚਲੋ, ਵੀ ਆਪਣੇ ਬੇਟੀ ਵੀ ਹੋ ਸਕਦੀ ਹੈ, ਭੈਣ ਵੀ ਹੋ ਸਕਦੀ ਹੈ, ਕਦੇ ਉਹਨਾਂ ਨੂੰ ਕੱਪੜੇ ਪਾੜੇ ਆ ਇਸ ਤਰ੍ਹਾਂ, ਜਾਂ ਕਦੇ ਆਪਣਾ ਦਾੜਾ ਪੱਟਿਆ ਹੋਵੇ, ਆਪਣਾ ਕੁਛ ਕੀਤਾ। ਸੋ ਇਹ ਮਾਨਸਿਕ ਰੋਗੀ ਵਾਲੀ ਕੋਈ ਗੱਲ ਨਹੀਂ ਹੈਗੀ, ਤੇ ਇਹ ਸਾਰੀਆਂ ਗੱਲਾਂ ਨਹੀਂ ਜੀ, ਇਹਦੇ 'ਚ ਕੋਈ ਸੱਚਾਈ ਨਹੀਂ। ਇਹ ਪ੍ਰੀ ਪਲੈਨਿੰਗ ਹੋ ਰਿਹਾ। ਹੁਣ ਉਹਦੇ 'ਤੇ ਭਾਵੇਂ 295 ਦਾ ਪਰਚਾ ਹੋ ਗਿਆ, ਤੁਸੀਂ ਦੇਖਦੇ ਜਾਓ, ਜਦੋਂ ਉਹਨੂੰ ਮਤਲਬ ਜਦੋਂ ਉਹਨੂੰ ਜ਼ਮਾਨਤ ਵਗੈਰਾ ਮਿਲਣੀ ਹੈ ਜਾਂ ਕਿਵੇਂ ਵੀ ਹੋਣਾ, ਉਦੋਂ ਉਹਨੂੰ ਫਿਰ ਹਾਈਲਾਈਟ ਕੀਤਾ ਜਾਊਗਾ। ਫਿਰ ਇਸ ਤਰ੍ਹਾਂ ਬੰਦੇ ਇਹਨਾਂ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਵੀ ਹਾਂਜੀ ਇਹ ਉਹਨਾਂ ਨੂੰ ਦਲਿਤਾਂ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਊਗਾ। ਸੋ ਕੁੱਲ ਮਿਲਾ ਕੇ ਬਹੁਤ ਖਤਰਨਾਕ ਹੈ, ਅਤੇ ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਬਹੁਤ ਸਮਝਦਾਰੀ ਵਰਤਣੀ ਪਊਗੀ। ਉਹ ਕਹਿੰਦੇ ਨੇ ਵੀ ਦਲਿਤ ਸਮਾਜ ਲਈ ਗੱਲ ਕਰ ਰਿਹਾ, ਅਤੇ ਗੁਰੂ ਪਾਤਸ਼ਾਹ ਦਾ ਹਵਾਲਾ, ਗੁਰੂ ਪਾਤਸ਼ਾਹ ਹਮੇਸ਼ਾ ਅਸੀਂ ਗਰੀਬ ਨਿਵਾਜ ਇਸੇ ਕਰਕੇ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਗੁਰੂ ਹਮੇਸ਼ਾ ਨੀਵਿਆਂ ਦੇ ਨਾਲ ਖੜਦਾ, ਪੀੜਤਾਂ ਦੇ ਨਾਲ ਖੜਦਾ। ਤੋ ਇੱਥੇ ਤਾਂ ਮੈਂ ਇੱਕ ਹੋਰ ਹਵਾਲਾ ਤੁਹਾਨੂੰ ਦਿੰਦਾ। ਜਦੋਂ ਅਯੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਣਾ ਸੀ, ਜਦੋਂ ਉਹ ਪ੍ਰੋਗਰਾਮ ਹੋਇਆ, ਇਹ ਤਾਂ ਹੁਣ ਸਾਡੇ ਸਤਿਕਾਰਯੋਗ ਮਾਨਯੋਗ ਰਾਸ਼ਟਰਪਤੀ ਜੀ ਉਹੀ ਦੱਸ ਸਕਦੇ ਆ ਵੀ ਉਸ ਦਿਨ ਉਹ ਬਿਜੀ ਸੀਗੇ ਜਾਂ ਕੀ ਦਿੱਕਤ ਸੀ। ਪਰ ਇਹ ਮੀਡੀਆ ਦੇ ਵਿੱਚ ਕਾਫੀ ਇਹ ਚਰਚਾ ਚੱਲੀ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਰਾਸ਼ਟਰਪਤੀ ਸਾਹਿਬ ਉਹ ਇੱਕ ਮਤਲਬ ਜਾਣਬੁੱਝ ਕੇ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸੱਦਿਆ ਨਹੀਂ ਸੀ ਗਿਆ। ਸ਼ਾਇਦ ਇਸ ਤਰ੍ਹਾਂ ਸੋਚਦੇ ਹੋਣ ਭਾਰਤ ਦੇ ਹੁਕਮਰਾਨ ਜਿਨ੍ਹਾਂ ਦੀ ਸਰਕਾਰ ਹੈ ਮੋਦੀਕਿਆਂ ਦੀ, ਕਿ ਇਹ ਇੱਕ ਦਲਿਤ ਇਸ ਤਰ੍ਹਾਂ, ਜੇ ਸਾਡੇ ਦੇਸ਼ ਦਾ ਐਡਾ ਉੱਚਾ ਅਹੁਦਾ ਇੱਕ ਰਾਸ਼ਟਰਪਤੀ ਦੀ ਵੀ ਜਾਤ ਪਰਖੀ ਜਾ ਰਹੀ ਹੈ, ਤਾਂ ਉੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਬੰਦੇ ਇੱਦਾਂ ਲਤਾੜੇ ਹੋਏ ਲੋਕਾਂ ਦਾ ਕਿੰਨਾ ਕੁ ਭਲਾ ਕਰ ਸਕਦੇ ਆ ਜੀ। ਠੀਕ ਹੈ ਮਾਝੀ ਸਾਹਿਬ, ਜੇਲ੍ਹਾਂ 'ਚ ਵੱਡੇ ਵੱਡੇ ਕੈਦੀ ਹੁੰਦੇ ਨੇ, ਉਹ ਪੈਰੋਲ 'ਤੇ ਆਉਂਦੇ ਨੇ, ਹੁਣ ਜਿਵੇਂ ਦੇ ਪ੍ਰਤੀਕਰਮ ਆ ਰਹੇ ਨੇ, ਜਿਵੇਂ ਦੀ ਗੱਲਬਾਤ ਹੋ ਰਹੀ ਆ, ਕਿਉਂਕਿ ਹੋਰ ਵੱਡੇ ਵੱਡੇ ਕੈਦੀ ਨੇ ਜਿਨ੍ਹਾਂ ਨੂੰ ਪੈਰੋਲ ਮਿਲਦੀ ਆ, ਜਾਣੀ ਕਿ ਇੱਕ ਸਰਕਾਰਾਂ ਪੈਰੋਲ ਦਿੰਦੀਆਂ ਨੇ ਕਿ ਜਾਏ ਆਉਣ ਦੋ, ਜਾਂ ਕਿਸੇ ਨੂੰ 10 ਮਿੰਟ ਦਿਨ ਦੀ, ਕਿਸੇ ਨੂੰ 20 ਦਿਨ ਦੀ, ਉਹ ਤਾਂ ਚੱਲਦਾ ਹੀ ਆ ਰਿਹਾ ਕੰਮ। ਇੱਥੇ ਜੇ ਆਪਾਂ ਕਿਤੇ ਨਾ ਕਿਤੇ ਮਤਲਬ ਵੱਡੀਆਂ ਗੱਲਾਂ ਕਰੀਏ ਵੀ ਇਹਦਾ ਨੁਕਸਾਨ ਕੀ ਆ? ਦੇਖੋ ਜੀ, ਜਿਹੜਾ ਸੌਦਾ ਸਾਧ ਦਾ ਪੈਰੋਲ ਦਾ ਮਸਲਾ ਹੈ ਬਿਲਕੁਲ ਵੱਖਰਾ ਹੈ, ਕਿਉਂਕਿ ਇਹ ਉਹ ਬੰਦਾ ਜਿਹੜਾ ਬਲਾਤਕਾਰੀ ਵੀ ਹੈ ਅਤੇ ਬੰਦਿਆਂ ਨੂੰ ਨਪੁੰਸਕ ਕਰਨ ਵਾਲਾ ਹੈ ਅਤੇ ਕਾਤਲ ਹੈ ਬਹੁਤ ਵੱਡਾ। ਤੁਸੀਂ ਸੋਚ ਕੇ ਵੇਖੋ, ਮੈਂ ਤਾਂ ਸਲੂਟ ਕਰਦਾ ਉਹਨਾਂ ਸਾਧਵੀਆਂ ਨੂੰ। ਉਹ 2 ਬੀਬੀਆਂ ਸੀਗੀਆਂ ਜਿਹੜੀਆਂ ਡਟ ਗਈਆਂ ਇਹਦੇ ਖਿਲਾਫ, ਦੁਸ਼ਟ ਦੇ ਖਿਲਾਫ। ਉਹਨਾਂ ਨੇ ਉੱਥੇ ਸਾਫ਼ ਦੱਸਤਾ ਕਿ ਸਾਡੇ ਨਾਲ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਅਦਾਲਤ ਦੇ ਵਿੱਚ, ਆਪਾਂ ਪਰਿਵਾਰਾਂ ਵਾਲੇ ਹਾਂ, ਧੀਆਂ ਭੈਣਾਂ ਵਾਲੇ ਹਾਂ। ਤੁਸੀਂ ਵੇਖੋ ਵੀ ਉਹਨਾਂ ਭੈਣਾਂ ਨੇ ਕਿੰਨੀ ਜ਼ੁਰਤ ਦੇ ਨਾਲ ਦੱਸਿਆ ਵੀ ਸਾਡੇ ਨਾਲ ਇਹਨੇ ਇਹ ਖੇ ਖਾਧੀ ਆ, ਕਰਤੂਤ ਕੀਤੀ ਆ। ਉਹ ਭੈਣਾਂ ਲਈ ਵੀ ਖਤਰਾ ਹੈ। ਜਿਹੜੇ ਹੋਰ ਸਰਦਾਰ ਗੁਰਦਾਸ ਸਿੰਘ ਤੂਰ, ਉਹ ਬੰਦਾ ਹੈ ਜਿਹੜਾ ਸਿਰਸੇ ਦੇ ਵਿੱਚ ਮੇਨ ਡੇਰਾ ਹੈ, ਉਹ ਤੋਂ 1 ਕਿਲੋਮੀਟਰ 'ਤੇ ਉਹਦਾ ਘਰ ਹੈ, ਮੈਂ ਕਈ ਵਾਰੀ ਗਿਆ।
ਉਹੇ ਜਿਹੇ ਬੰਦੇ ਜਿਨ੍ਹਾਂ ਨੂੰ ਪਹਿਲਾਂ ਵੀ ਇਹ ਧਮਕੀਆਂ ਦਿੰਦਾ ਰਿਹਾ, ਸਰਦਾਰ ਖੱਟਾ ਸਿੰਘ ਹੋਰੀ ਨੇ, ਬਹੁਤ ਸਾਰੇ ਗਵਾਹ ਨੇ, ਉਹ ਸਾਰੇ ਬੰਦਿਆਂ ਦੀ ਜਾਨ ਨੂੰ ਵੀ ਨਾਲ ਦੀ ਨਾਲ ਹੀ ਖਤਰਾ ਹੈ। ਜੇ ਮੇਰੇ ਵਰਗੇ ਪ੍ਰਚਾਰਕ ਦੇ ਲਈ ਇਹ ਪਲੈਨਿੰਗਾਂ ਬਣਾ ਸਕਦੇ ਨੇ, ਜੇ ਅਸੀਂ ਸਿਰਫ ਪਿਆਰ ਨਾਲ ਦੱਸਦੇ ਹਾਂ ਵੀ ਹਾਂ ਇਹਨੂੰ ਮਰਵਾਓ, ਇਹ ਸਾਡੇ ਜਿਹੜਾ ਡੇਰੇ ਨੂੰ ਸੰਨ ਲਾ ਰਿਹਾ, ਬੰਦੇ ਤੋੜ ਰਿਹਾ, ਤਾਂ ਜਿਹੜੇ ਬੰਦੇ ਇਹਨੂੰ ਜੇਲ੍ਹ 'ਚ ਪਹੁੰਚਾਉਣ ਵਾਲੇ ਨੇ, ਕਿ ਉਹਨਾਂ ਦੀ ਜਾਨ ਨੂੰ ਇਹ ਠੀਕ ਛੱਡਣਗੇ? ਮਤਲਬ ਠੀਕ ਹੈ, ਪਰਮਾਤਮਾ ਦੇ ਹੱਥ ਵੱਸ ਹੁੰਦਾ ਸਭ ਕੁਝ, ਪਰ ਦੁਨਿਆਵੀ ਤੌਰ ਤੇ ਜੇ ਅਸੀਂ ਸੋਚੀਏ ਤਾਂ ਉਹਨਾਂ ਦੀ ਜਾਨ ਨੂੰ ਵੀ ਇਹ ਖਤਰਾ ਹੈ। ਤਾਂ ਮੈਂ ਸਮਝਦਾ ਇਹਦੇ ਲਈ ਜੇ ਉਹਨਾਂ ਦਾ ਕੋਈ ਜਾਨੀ ਮਾਲੀ ਕਿਸੇ ਦਾ ਵੀ ਨੁਕਸਾਨ ਹੁੰਦਾ, ਜਿਹੜੇ ਇਹ ਸੌਦਾ ਸਾਧ ਦੇ ਖਿਲਾਫ ਲੜਨ ਵਾਲੇ ਨੇ, ਭਾਵੇਂ ਉਹ ਵਕੀਲ ਨੇ, ਗਵਾਹ ਨੇ ਜਾਂ ਮੇਰੇ ਵਰਗੇ ਪ੍ਰਚਾਰਕ ਨੇ, ਤਾਂ ਉਹਦੇ ਲਈ ਇਹ ਬੀਜੇਪੀ ਜ਼ਿੰਮੇਵਾਰ ਹੋਊਗੀ, ਜਿਹੜੀ ਇਹਨਾਂ ਨੂੰ ਇੰਨੀ ਛਤਰਛਾਇਆ ਦੇ ਰਹੀ ਹੈ ਔਰ ਇਸ ਤਰ੍ਹਾਂ ਦੀਆਂ ਪੈਰੋਲਾਂ ਦੇ ਕੇ ਇਹਨਾਂ ਦੇ ਹੌਸਲੇ ਬੁਲੰਦ ਕਰ ਰਹੀ ਹੈ। ਇਹਦੇ ਨਾਲ ਗੁੰਡਾ ਅਨਸਰਾਂ ਦਾ ਜਿਹੜਾ ਹੌਸਲਾ ਬੁਲੰਦ ਹੋਊਗਾ ਤੇ ਸੱਚ ਲਈ ਲੜਨ ਵਾਲੇ ਜਿਹੜੇ ਨੇ ਉਹਨਾਂ ਨੂੰ ਫਿਰ ਉਹ ਮਾਨਸਿਕ ਤੌਰ ਤੇ ਇੱਕ ਤਰ੍ਹਾਂ ਦਾ ਟੌਰਚਰ ਹੋਣਗੇ ਇਸ ਤਰ੍ਹਾਂ। ਤਾਈਓ ਜਾਨੀ ਕਿ ਕਹਿ ਸਕਦੇ ਕਿ ਮਾਹੌਲ ਵੀ ਖਰਾਬ ਹੋ ਸਕਦਾ ਇਹਦੇ ਨਾਲ। ਬਿਲਕੁਲ ਜੀ ਬਿਲਕੁਲ, ਇਹ ਮਾਹੌਲ ਖਰਾਬ ਹੋਣ ਵਾਲੀਆਂ ਗੱਲਾਂ ਨੇ। ਭਾਵੇਂ ਅਸੀਂ ਪੀਸਫੁਲੀ ਰਹਿਣਾ, ਸਭ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਭਾਈਚਾਰਕ ਸਾਂਝ ਰੱਖਣੀ ਹੈ, ਤਾਂ ਮੈਂ ਕਹਿੰਦਾ ਵੀ ਇਹੋ ਜਿਹੇ ਇਹ ਤੋਂ ਕਰਾਉਣਾ ਕੀ ਹੈ ਜੀ ਸਮਾਜ ਦੇ ਵਿੱਚ? ਇਹਨਾਂ ਨੂੰ ਤਾਂ ਬੰਦ ਕਰਕੇ ਰੱਖੋ, ਉਮਰ ਭਰ ਇਹਨਾਂ ਲਈ ਤਾਂ 20 ਸਾਲ ਦੀ ਸਜ਼ਾ ਮੈਨੂੰ ਤਾਂ ਛੋਟੀ ਲੱਗਦੀ ਹੈ, ਕਿ ਇਹਨੂੰ ਤਾਂ ਪਰਮਾਨੈਂਟ ਰੱਖੋ ਨਾ, ਮਰਨ ਤੱਕ ਰੱਖੋ, ਇਹਨਾਂ ਨੂੰ ਜੇਲ੍ਹਾਂ 'ਚ ਸਾਂਭੀ ਰੱਖੋ। ਇਹੋ ਜਿਹੇ ਰਾਖਸ਼ਾਂ ਤੋਂ ਇੱਥੇ ਕਰਾਉਣਾ ਕੀ ਹੈ? ਕਿਸੇ ਹੋਰ ਧੀ ਭੈਣ ਦੀ ਪਾਤੀ ਲੁੱਟਣੀ ਹੈ ਨਾ ਇਹਨਾਂ ਨੇ ਬਾਹਰ ਆ ਕੇ, ਇਹਨਾਂ ਨੇ ਕਿਹੜਾ ਕੋਈ ਚੱਜ ਦਾ ਕੰਮ ਕਰਨਾ ਜੀ? ਠੀਕ ਹੈ, ਜਿਵੇਂ ਦਾ ਵੀ ਸਿਸਟਮ ਚੱਲ ਰਿਹਾ, ਜਿਵੇਂ ਹੁਣ ਚਲੋ ਪ੍ਰਤੀਕਰਮ ਵੱਖੋ ਵੱਖਰੇ ਆ ਰਹੇ ਨੇ ਕਿ ਡੇਰਾ ਮੁਖੀ ਰਿਹਾ ਹੋਇਆ, ਕੀ ਸੰਦੇਸ਼ ਦਵੋਗੇ ਲੋਕਾਂ ਨੂੰ, ਪੰਜਾਬ ਹਰਿਆਣੇ ਦੇ ਪੂਰੇ ਦੇਸ਼ ਦੇ ਲੋਕਾਂ ਨੂੰ ਕੀ ਕਹੋਗੇ ਵੀ ਜਿਵੇਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ, ਹੋਰ ਗੱਲ ਕਰੀਏ, ਇੱਕ ਮਤਲਬ ਧਾਰਮਿਕ ਪੱਖੋਂ ਲੜਾਈ ਹੋਣ ਦੇ ਆਸਾਰ ਪੈਦਾ ਹੋ ਜਾਂਦੇ ਨੇ ਜਦੋਂ ਐਵੇਂ ਦੇ ਮੁੱਦੇ ਹੁੰਦੇ ਨੇ, ਕੀ ਸੁਝਾਅ ਦਿਓਗੇ? ਮੈਂ ਤਾਂ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਸ਼ੇਰ ਬਿਰਤੀ ਰੱਖਣੀ ਪਊ। ਅਸੀਂ ਕੁੱਕਰ ਨਹੀਂ ਬਣਨਾ, ਕੁੱਤੇ ਨਹੀਂ ਹੈਗੇ, ਅਸੀਂ ਸ਼ੇਰ ਬਣਾਏ ਆ। ਕੁੱਤਾ ਇਹਦਾ ਹੁੰਦਾ, ਕੁੱਤੇ ਦੇ ਕੋਈ ਡੰਡਾ ਮਾਰੇ ਨਾ, ਇਹ ਉਦਾਹਰਣ ਹੈ ਕਿ ਕੁੱਤੇ ਦੇ ਡੰਡਾ ਮਾਰੇ, ਕੁੱਤਾ ਡੰਡੇ ਨੂੰ ਮੂੰਹ ਫੜਦਾ, ਡੰਡੇ ਨੂੰ ਮੂੰਹ ਪਾ ਲੈਂਦਾ, ਉਹ ਮਾਰਨ ਵਾਲੇ ਵੱਲ ਧਿਆਨ ਨਹੀਂ ਜਾਂਦਾ। ਤੇ ਜਿਹੜਾ ਸ਼ੇਰ ਹੈ ਉਹਦੇ ਕੋਈ ਡੰਡਾ ਮਾਰੂ ਤਾਂ ਉਹ ਡੰਡਾ ਮਾਰਨ ਵਾਲੇ ਵੱਲ ਧਿਆਨ ਜਾਂਦਾ, ਸ਼ੇਰ ਨੂੰ ਮੂੰਹ ਨਹੀਂ, ਆਪਣੇ ਕੁੱਤੇ ਨੂੰ ਡੰਡੇ ਨੂੰ ਨਹੀਂ ਮੂੰਹ ਲਾਉਂਦਾ। ਹਾਂਜੀ, ਉਹ ਡਲਾ ਮਾਰੋ, ਡਲਾ ਮਾਰਨ ਵਾਲੇ ਵੱਲ ਧਿਆਨ ਜਾਂਦਾ। ਇਸੇ ਤਰ੍ਹਾਂ ਜਿਹੜਾ ਇਹ ਅਰਦਾਸ ਕਰਨ ਵਾਲਾ ਸੱਜਣ ਹੈ, ਇਹਨੂੰ ਤਾਂ ਨੋਰਮਲ, ਇਹਨੂੰ ਤਾਂ ਕੋਈ ਹਵਾ ਦਿੱਤੀ ਹੋਣੀ, ਕਿਸੇ ਢੰਗ ਨਾਲ ਇਹਨੂੰ ਵਰਤ ਲਿਆ, ਪਰ ਸਾਡਾ ਧਿਆਨ ਉਹ ਕਰਵਾਈ ਕੀ ਨਹੀਂ ਹੈ, ਫੋਕਸ ਉਹਨਾਂ ਵੱਲ ਰਹਿਣਾ ਚਾਹੀਦਾ। ਅਸੀਂ ਕੁੱਕਰ ਬਿਰਤੀ ਨਹੀਂ, ਸ਼ੇਰ ਬਿਰਤੀ ਰੱਖਣੀ ਹੈ, ਅਤੇ ਆਪਸ 'ਚ ਅਸੀਂ ਬਿਲਕੁਲ ਵੀ ਨਹੀਂ ਝਗੜਨਾ। ਸਾਡਾ ਤਾਂ ਜੀ ਇਹ ਪ੍ਰੈਕਟੀਕਲੀ ਤਜਰਬਾ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਨੇ ਇਹ ਸੇਵਾ ਲਈ ਹੈ। ਜਦੋਂ ਅਸੀਂ ਡੇਰੇ ਪ੍ਰੇਮੀ ਜਿਹੜੇ ਉੱਧਰ ਬਣ ਗਏ ਸੀ, ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਵੀਰੇ ਨਹੀਂ, ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਆਪਾਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ। ਆਪਣੇ ਵਾਸਤੇ ਤਾਂ ਕਲਗੀਆਂ ਵਾਲੇ ਨੇ ਆਪਣੇ ਬੱਚਿਆਂ ਦਾ 7 ਤੇ 9 ਸਾਲਾਂ ਦਾ ਬੱਚਿਆਂ ਦਾ ਖੂਨ ਵੀ ਡੁਲਾ ਲਿਆ ਸੀਗਾ, ਸ਼ਹਾਦਤਾਂ ਹੋ ਗਈਆਂ। ਹੱਸ ਹੱਸ ਕੇ ਪਾਤਸ਼ਾਹ ਨੇ ਕਿਹਾ, ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁੱਤ ਚਾਰ ਚਾਰ ਮੂਏ ਤੋਂ ਕਿਆ ਬਿਆ ਜੀਵਤ ਕਈ ਹਜ਼ਾਰ। ਅਸੀਂ ਉਹਨਾਂ ਦੇ ਪੁੱਤ ਬਣਨਾ ਵਾਜਾਂ ਵਾਲੇ ਦੇ। ਲੋਕ ਤਾਂ ਜੀ ਲੋਕਟ ਲਾ ਲਾ ਛਾਲਾ ਮਾਰ ਮਾਰ ਕੇ ਭੱਜ ਕੇ ਸਿੱਖੀ ਵੱਲ ਆਉਂਦੇ ਆ, ਤੇ ਹੁਣ ਤਾਂ ਬਹੁਤ ਥੋੜ੍ਹੇ ਲਿਮਟਿਡ ਬੰਦੇ ਰਹਿ ਗਏ, ਉਹ ਵੀ ਸਾਡੇ ਕੋਈ ਨਹੀਂ, ਉਹਨਾਂ ਨੂੰ ਵੀ ਪਿਆਰ ਨਾਲ ਸਮਝਾਵਾਂਗੇ, ਸਭ ਕੁਝ ਠੀਕ ਹੋ ਜੂ। ਪਰ ਇਹਨਾਂ ਦੀ ਜਿਹੜੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ, ਇਹ ਜ਼ਰੂਰ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਦਾ ਯਤਨ ਕਰ ਰਹੇ ਆ, ਲਗਾਤਾਰ ਕਰ ਰਹੇ ਆ। ਕਦੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਪੜਵਾ ਦਿੰਦੇ ਆ, ਮਤਲਬ ਇਹੋ ਜਿਹੇ ਸੌਦਾ ਸਾਧ ਵਰਗਿਆਂ ਤੋਂ। ਸੌਦਾ ਸਾਧ ਦੀ ਚੇਲਿਆਂ ਨੇ ਉਹ ਸਾਰਾ ਪਾੜਿਆ, ਜਿਹੜੀ ਨਵੀਂ SIT ਬਣੀ ਆ ਉਹਦੇ ਵਿੱਚ ਵੀ ਇਹੀ ਖੁਲਾਸਾ ਹੋ ਰਿਹਾ। ਸੋ ਇਹੋ ਜਿਹੇ ਇਹ ਜਿੰਨਾ ਮਰਜ਼ੀ ਯਤਨ ਕਰ ਰਹੇ ਆ, ਪਰ ਲੋਕ ਬਹੁਤ ਪੀਸਫੁਲੀ ਰਹਿ ਰਹੇ ਨੇ, ਸ਼ਾਂਤਮਈ ਰਹਿ ਰਹੇ ਨੇ। ਅਤੇ ਜਿਹੜਾ ਵੀ ਮੈਂ ਇਹ ਕਹਿਣਾ ਚਾਹੁੰਦਾ, ਜਿੰਨੇ ਵੀ ਰਾਜਨੀਤਿਕ ਨੇ, ਭਾਵੇਂ ਉਹ BJP ਹੈ, ਬਾਦਲ ਕੇ ਨੇ, ਕਾਂਗਰਸ ਹੈ, ਜਿਹੜਾ ਸੌਦਾ ਸਾਧ ਵਰਗੇ ਕਾਤਲ, ਲੁਟੇਰੇ, ਖੂਨੀ ਬੰਦੇ ਦਾ ਸਾਥ ਦੇਊਗਾ ਕਿਸੇ ਵੀ ਤਰ੍ਹਾਂ, ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਲੋਕ ਉਹਨੂੰ ਮਾਫ ਕਰਨਗੇ ਜਾਂ ਹੁਣ ਉਹਨੂੰ ਮੂੰਹ ਲਾਉਣਗੇ। ਸੋ ਇਹ ਸਨ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਕਿਹਾ ਕਿ ਸੁਚੇਤ ਹੋਣਾ ਸਮੇਂ ਦੀ ਮੁੱਖ ਲੋੜ ਆ, ਕਿਉਂਕਿ ਰਾਜਨੀਤਿਕ ਪਾਰਟੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਜੋ ਵੀ ਆ ਸ਼ਾਂਤੀ ਨੂੰ ਭੰਗ ਕਰਦੀਆਂ, ਜਿਵੇਂ ਪੰਜਾਬ ਹਰਿਆਣੇ ਦੀ ਇਹਨਾਂ ਨੇ ਉਹ ਵੀ ਗੱਲ ਵੱਲ ਇਸ਼ਾਰਾ ਕੀਤਾ ਕਿ ਪੰਜਾਬ ਹਰਿਆਣੇ 'ਚ ਜੋ ਵੀ ਚੱਲ ਰਿਹਾ ਉਹ ਸਮੇਂ ਦੇ ਮੁਤਾਬਕ ਇੱਕ ਰਾਜਨੀਤਿਕ ਸਹਿ ਦੇ ਨਾਲੇ ਹੋ ਰਿਹਾ। ਸਿਸਟਮ ਜੋ ਵੀ ਹੋ ਰਿਹਾ, ਜੋ ਵੀ ਪੈਰੋਲ ਦਿੱਤੀ ਗਈ, ਉਹ ਰਾਜਨੀਤਿਕ ਸਹਿ 'ਤੇ ਦਿੱਤੀ ਗਈ। ਜਿੰਨੇ ਮੁਕੱਦਮੇ ਦਰਜ ਨੇ ਜਾਂ ਜਿਵੇਂ ਦਾ ਮਾਹੌਲ ਖਰਾਬ ਹੋਣ ਦੇ ਚਾਂਸ ਨੇ, ਤਾਂ ਐਵੇਂ ਦਾ ਪੈਰੋਲ ਦੇਣਾ ਕੋਈ ਲੋੜ ਨਹੀਂ ਬਣਦੀ ਸੀ। ਰਾਜਨੀਤਿਕ ਪਾਰਟੀਆਂ ਤੋਂ ਸੁਚੇਤ ਰਹਿਣਾ ਸਮੇਂ ਦੀ ਮੁੱਖ ਲੋੜ ਆ। ਗੁਰਵਿੰਦਰ ਸਿੰਘ ਰੋਮੀ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।